ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਗ 20 ਸ੍ਰੀ ਰਾਗ ਮਹਲਾ ਪਹਿਲਾ। ਨਾਨਕ ਬੇੜੀ ਸੱਚ ਕੀ ਧਰਿਐ ਗੁਰ ਵਿਚਾਰ। ਹੇ ਨਾਨਕ, ਸੰਸਾਰ ਵਿੱਚ ਅਥਾਹ ਸਮੁੰਦਰ ਹੈ। ਸੰਸਾਰ ਇੱਕ ਅਥਾਹ ਸਮੁੰਦਰ ਹੈ। ਜੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਿਮਰਨ ਦੀ ਬੇੜੀ ਬਣਾ ਲਈਏ ਤਾਂ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਇੱਕ ਆਵਹਿ ਇੱਕ ਜਾਵਹੀ, ਪੂਰ ਭਰੇ ਅਹੰਕਾਰ। ਪਰ ਅਨੇਕਾਂ ਹੀ ਅਹੰਕਾਰੀ ਜੀਵ ਹਨ ਜੋ ਆਪਣੀ ਹੀ ਅਕਲ ਦੇ ਮਾਣ ਵਿੱਚ ਰਹਿ ਕੇ ਕੁਰਾਹੇ ਪੈ ਕੇ ਜੰਮਦੇ ਹਨ ਤੇ ਮਰਦੇ ਹਨ, ਜਨਮ ਮਰਨ ਦੇ ਗੇੜੇ ਵਿੱਚ ਪਏ ਰਹਿੰਦੇ ਹਨ। ਮਨ ਹਠ ਮਤੀ ਬੂਢੀਐ, ਗੁਰਮੁਖ ਸੱਚ ਸੂਤਾਰ। ਆਪਣੀ ਅਕਲ ਦੇ ਹੱਠ ਤੇ ਤੁਰਿਆਂ ਸੰਸਾਰ ਸਮੁੰਦਰ ਦੇ ਵਿਕਾਰਾਂ ਵਿੱਚ ਡੁੱਬੀਦਾ ਹੀ ਹੈ। ਜੋ ਮਨੁੱਖ ਗੁਰੂ ਦੇ ਰਾਹ ਉੱਤੇ ਤੁਰਦਾ ਹੈ ਉਸ ਨੂੰ ਪਰਮਾਤਮਾ ਪਾਰ ਲੰਘਾ ਲੈਂਦਾ ਹੈ। ਗੁਰ ਬਿਨ ਕਿਉ ਤਰੀਐ ਸੁਖ ਹੋਏ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਨਾ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਨਾ ਹੀ ਆਤਮਿਕ ਆਨੰਦ ਮਿਲਦਾ ਹੈ। ਜਿਉ ਭਾਵੈ ਤਿਉ ਰਾਖ ਤੂੰ, ਮੈਂ ਅਵਰ ਨਾ ਦੂਜਾ ਕੋਏ ਰਹਾਉ। ਇਸ ਵਾਸਤੇ ਹੀ ਮਨ ਪ੍ਰਭੂ ਦਰ ਤੇ ਅਰਦਾਸ ਕਰਤੇ ਆਖ ਕਿ ਹੇ ਪ੍ਰਭੂ, ਜਿਵੇਂ ਹੋ ਸਕੇ ਤੂੰ ਮੈਨੂੰ ਗੁਰੂ ਦੀ ਸ਼ਰਨ ਵਿੱਚ ਰੱਖ। ਇਸ ਸੰਸਾਰ ਵਿੱਚੋਂ ਪਾਰ ਲੰਘਣ ਵਾਸਤੇ ਮੈਨੂੰ ਕੋਈ ਹੋਰ ਆਸਰਾ ਨਹੀਂ ਸੁਝਦਾ। ਰਹਾਉ। ਆਗੈ ਦੇਖੂੰ ਡਾਊ ਜਲੈ, ਪਾਛੇ ਹਰਿਓ ਅੰਗੂਰ। ਜਗਤ ਇੱਕ ਜੰਗਲ ਸਮਾਨ ਹੈ ਜਿਸ ਵਿੱਚ ਅੱਗੇ ਅੱਗੇ ਤਾਂ ਅੱਗ ਲੱਗੀ ਹੋਈ ਹੈ ਜੋ ਪਲੇ ਹੋਏ ਵੱਡੇ ਵੱਡੇ ਰੁੱਖਾਂ ਨੂੰ ਸਾੜਦੀ ਜਾਂਦੀ ਹੈ ਤੇ ਪਿੱਛੇ ਨਵੇਂ ਕੋਮਲ ਬੂਟੇ ਉੱਗਦੇ ਜਾ ਰਹੇ ਹਨ। ਪਿੱਛੇ ਪਿੱਛੇ ਨਵੇਂ ਕੋਮਲ ਵਾਲ ਜੰਮਦੇ ਆ ਰਹੇ ਹਨ। ਜਿਸ ਤੇ ਉਪਜੈ ਤਿਸ ਤੇ ਵਿਨਸੈ, ਕਟ ਕਟ ਸੱਚ ਭਰਪੂਰ। ਜਿਸ ਪਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਜਾਂਦਾ ਹੈ ਉਸੇ ਦੇ ਹੁਕਮ ਅਨੁਸਾਰ ਨਾਸ ਵੀ ਹੁੰਦਾ ਰਹਿੰਦਾ ਹੈ ਤੇ ਉਹ ਸਦਾ ਸਿਰ ਪ੍ਰਭੂ ਹਰੇਕ ਸਰੀਰ ਵਿੱਚ ਨਕਾ ਨਕ ਮੌਜੂਦ ਹੈ। ਆਪੇ ਮੇਲ ਮਿਲਾਵਹੀ, ਸਾਚੈ ਮਹਿਲ ਹਦੂਰ। ਹੇ ਪ੍ਰਭੂ, ਤੂੰ ਆਪ ਹੀ ਜੀਵਾਂ ਨੂੰ ਆਪਣੇ ਚਰਨਾਂ ਵਿੱਚ ਜੋੜਦਾ ਹੈ। ਤੂੰ ਆਪ ਹੀ ਆਪਣੇ ਸਦਾ ਸਥਿਰ ਮਹਿਲ ਵਿੱਚ ਹਜ਼ੂਰੀ ਵਿੱਚ ਰੱਖਦਾ ਹੈ। ਸਾਹ ਸਾਹ ਤੁਝ ਸੰਭਲਾਂ, ਕਦੇ ਨਾ ਵਿਸਾਰਿਓ। ਹੇ ਪ੍ਰਭੂ, ਮਿਹਰ ਕਰ, ਮੈਂ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਰਹਾਂ, ਤੈਨੂੰ ਕਦੇ ਵੀ ਨਾ ਭੁਲਾਵਾਂ। ਜਿਉਂ ਜਿਉਂ ਸਾਹਿਬ ਮਨ ਵਸੈ, ਗੁਰਮੁਖ ਅੰਮ੍ਰਿਤ ਪਿਉ। ਜੇ ਮਾਲਕ ਪ੍ਰਭੂ ਦੀ ਮਿਹਰ ਹੋਵੇ ਤਾਂ ਗੁਰੂ ਦੀ ਸ਼ਰਨ ਪੈ ਕੇ ਜਿਉਂ ਜਿਉਂ ਉਹ ਮਾਲਕ ਮੇਰੇ ਮਨ ਵਿੱਚ ਟਿਕਿਆ ਰਹੇ, ਮੈਂ ਆਤਮਿਕ ਜੀਵਨ ਦੇਣ ਵਾਲਾ ਉਸ ਦਾ ਨਾਮ ਜਲ ਪੀਂਦਾ ਰਹਾਂ। ਮਨ ਤਨ ਤੇਰਾ ਤੂੰ ਧਨੀ, ਗਰਭ ਨਿਵਾਰ ਸਮਿਉ। ਹੇ ਪ੍ਰਭੂ, ਮੇਰਾ ਮਨ ਮੇਰਾ ਤਨ ਤੇਰਾ ਹੀ ਦਿੱਤਾ ਹੋਇਆ ਹੈ, ਤੂੰ ਹੀ ਮੇਰਾ ਮਾਲਕ ਹੈ। ਮਿਹਰ ਕਰ, ਮੈਂ ਆਪਣੇ ਅੰਦਰੋਂ ਅਹੰਕਾਰ ਦੂਰ ਕਰਕੇ ਤੇਰੀ ਯਾਦ ਵਿੱਚ ਲੀਨ ਰਹਾਂ। ਜਿਨ ਇਹੋ ਜਗਤ ਪਾਇਆ, ਤ੍ਰਿਭਵਨ ਕਰ ਆਕਾਰ। ਜਿਸ ਜੋਤ ਸਰੂਪ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ, ਇਹ ਤ੍ਰਿਭਵਨੀ ਸਰੂਪ ਬਣਾਇਆ ਹੈ। ਗੁਰਮੁਖ ਚਾਨਣ ਜਾਣੀਐ, ਮਨ ਮੁਖ ਮੁਗਧ ਗਵਾਰ। ਗੁਰੂ ਦੀ ਸ਼ਰਨ ਪਿਆ ਉਸ ਜੋਤ ਨਾਲ ਸਾਂਝ ਬਣਾਈ ਜਾ ਸਕਦੀ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਹ ਜੋਤ ਨਹੀਂ ਦਿਸਦੀ। ਉਸਨੂੰ ਆਤਮਿਕ ਹਨੇਰਾ ਹੀ ਹਨੇਰਾ ਹੈ। ਘਟ ਘਟ ਜੋਤ ਨਿਰੰਤਰੀ, ਬੁਝੈ ਗੁਰਮਤਿ ਸਾਰ। ਭਾਵੇਂ ਰੱਬੀ ਜੋਤ ਇੱਕ ਰਸ ਹਰੇਕ ਸਰੀਰ ਵਿੱਚ ਵਿਆਪਕ ਹੈ, ਪਰ ਗੁਰੂ ਦੀ ਮੱਤ ਲਿਆਂ ਹੀ ਇਹ ਅਸਲੀਅਤ ਸਮਝੀ ਜਾ ਸਕਦੀ ਹੈ।
ਗੁਰਮੁਖ ਜਿਨੀ ਜਾਣਿਆ ਤਿਨ ਕੀਚੈ ਸ਼ਾਬਾਸ਼। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਸਰਬ ਵਿਆਪੀ ਜੋਤ ਨਾਲ ਸਾਂਝ ਪਾ ਲਈ, ਉਹਨਾਂ ਨੂੰ ਸਵਾਸੇ ਮਿਲਦੀ ਹੈ। ਸਾਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ। ਉਹ ਸਦਾ ਥਿਰ ਪ੍ਰਭੂ ਨਾਲ ਇੱਕਮਿਕ ਹੋ ਜਾਂਦੇ ਹਨ। ਸਦਾ ਥਿਰ ਪ੍ਰਭੂ ਦੇ ਗੁਣ ਉਹਨਾਂ ਵਿੱਚ ਉਗੜ ਆਉਂਦੇ ਹਨ। ਨਾਨਕ ਨਾਮ ਸੰਤੋਖੀਆ ਜੀਉ ਪਿੰਡ ਪਰਪਾਸ। ਹੇ ਨਾਨਕ, ਨਾਮ ਵਿੱਚ ਜੁੜ ਕੇ ਉਹ ਮਨੁੱਖ ਆਤਮਿਕ ਸ਼ਾਂਤੀ ਮਾਣਦੇ ਹਨ। ਉਹ ਆਪਣੀ ਜਿੰਦ, ਆਪਣਾ ਸਰੀਰ ਪ੍ਰਭੂ ਦੇ ਹਵਾਲੇ ਕਰੀ ਰੱਖਦੇ ਹਨ। ਸ੍ਰੀ ਰਾਗ ਮਹਿਲਾ ਪਹਿਲਾ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। ਹੇ ਪਿਆਰੇ ਮਿੱਤਰ ਮਨ, ਮੇਰੀ ਸਿੱਖਿਆ ਸੁਣ। ਪਰਮਾਤਮਾ ਨੂੰ ਮਿਲਣ ਦਾ ਇਹ ਮਨੁੱਖਾ ਜਨਮ ਹੀ ਵੇਲਾ ਹੈ। ਜਬ ਲਗ ਜੋਬਨ ਸਾਸ ਹੈ, ਤਬ ਲਗ ਇਹੋ ਤਨ ਦੇਹ। ਜਦੋਂ ਤੱਕ ਜਵਾਨੀ ਵਿੱਚ ਹਾਂ ਤੇ ਸਾਹ ਆ ਰਿਹਾ ਹੈ, ਤਦੋਂ ਤੱਕ ਹੀ ਇਹ ਸਰੀਰ ਕੰਮ ਦੇ ਰਿਹਾ ਹੈ। ਬਿਨ ਗੁਣ ਕਾਮ ਨ ਆਵਹੀ, ਟਹਿ ਢੇਰੀ ਤਨ ਖੇਹ। ਜੇ ਪ੍ਰਭੂ ਦੇ ਗੁਣ ਆਪਣੇ ਅੰਦਰ ਨਾ ਵਸਾਏ ਤਾਂ ਇਹ ਸਰੀਰ ਕਿਸ ਕੰਮ? ਇਹ ਤਾਂ ਆਖਰ ਢਹਿ ਕੇ ਮਿੱਟੀ ਦੀ ਢੇਰੀ ਹੋ ਜਾਏਗਾ। ਮੇਰੇ ਮਨ ਲੈ ਲਾਹਾ ਕਰ ਜਾਹੇ। ਹੇ ਮੇਰੇ ਮਨ, ਇੱਥੋਂ ਆਤਮਿਕ ਲਾਭ ਖੱਟ ਕੇ ਆਪਣੇ ਪਰਲੋਕ ਘਰ ਵਿੱਚ ਜਾਹਾ। ਗੁਰਮੁਖ ਨਾਮ ਸੰਭਾਲੀਐ, ਹਉਮੈ ਨਿਵਰੀ ਭਾਹੇ। ਰਹਾਓ। ਗੁਰੂ ਦੀ ਸ਼ਰਨ ਪੈ ਕੇ ਇੱਥੇ ਪ੍ਰਭੂ ਦਾ ਨਾਮ ਸਲਾਉਣਾ ਚਾਹੀਦਾ ਹੈ। ਨਾਮ ਦੀ ਬਰਕਤ ਨਾਲ ਹਉਮੈ ਦੀ ਅੱਗ ਅੰਦਰੋਂ ਮਿਟ ਜਾਂਦੀ ਹੈ। ਇਹ ਅੱਗ ਕਿ ਮੈਂ ਵੱਡਾ ਹਾਂ ਬਣ ਜਾਵਾਂ ਬੁਝ ਜਾਂਦੀ ਹੈ। ਰਹਾਓ। ਸੁਣ ਸੁਣ ਗੰਢਣ ਗੰਢੀਐ, ਲਿਖ ਪੜ੍ਹ ਬੂਝੈ ਭਾਰ। ਪੜ੍ਹੇ ਹੋਏ ਲੋਕ ਬੇਅੰਤ ਪੁਸਤਕਾਂ ਲਿਖ ਲਿਖ ਕੇ ਪੜ੍ਹ ਕੇ ਵਿਚਾਰਦੇ ਹਨ। ਗਿਆਨ ਦੀਆਂ ਗੱਲਾਂ ਸੁਣ ਸੁਣ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਵਿਚਾਰਵਾਨ ਦਿਸਣ ਦਾ ਵਿਅਰਥ ਯਤਨ ਕਰਦੇ ਹਨ। ਤ੍ਰਿਸ਼ਨਾ ਅਹਨਸ ਅਗਲੀ, ਹਉਮੈ ਰੋਗ ਵਿਕਾਰ। ਪਰ ਅੰਤਰ ਆਤਮਾ ਦਿਨ ਰਾਤ ਬਹੁਤ ਤ੍ਰਿਸ਼ਨਾ ਵਿਆਪ ਰਹੀ ਹੈ। ਅੰਤਰ ਹਉਮੈ ਦਾ ਰੋਗ, ਹਉਮੈ ਦਾ ਵਿਕਾਰ ਕਾਇਮ ਹੈ। ਉਹ ਬੇਪਰਵਾਹੋ ਅਤੁਲਮਾ, ਗੁਰਮਤਿ ਕੀਮਤ ਸਾਰ। ਦੂਜੇ ਪਾਸੇ ਉਹ ਪਰਮਾਤਮਾ ਇਸ ਚੁੰਝ ਗਿਆਨਤਾ ਦੀ ਪਰਵਾਹ ਨਹੀਂ ਕਰਦਾ। ਸਾਡੇ ਗਿਆਨ ਉਸ ਨੂੰ ਤੋਲ ਵੀ ਨਹੀਂ ਸਕਦੇ। ਗੁਰੂ ਦੀ ਮੱਤ ਲੈ ਕੇ ਉਸ ਦੀ ਕਦਰ ਸਮਝ। ਲੱਖ ਸਿਆਣਪਾਂ ਜੇ ਕਰੀ, ਲੱਖ ਸਿਉ ਪ੍ਰੀਤ ਮਿਲਾਪ। ਜੇ ਮੈਂ ਲੱਖਾਂ ਚਤੁਰਾਈਆਂ ਕਰਾਂ, ਜੇ ਮੈਂ ਲੱਖਾਂ ਬੰਦਿਆਂ ਨਾਲ ਪ੍ਰੀਤ ਕਰਾਂ, ਮਿਲਾਪ ਪੈਦਾ ਕਰਾਂ। ਬਿਨ ਸੰਗਤ ਸਾਧ ਨਾ ਤਰਾਪੀਐ, ਬਿਨ ਨਾਵੈ ਦੁਖ ਸੰਤਾਪ। ਗੁਰੂ ਦੀ ਸੰਗਤ ਕਰਨ ਤੋਂ ਬਿਨਾਂ ਅੰਦਰਲੀ ਤ੍ਰਿਸ਼ਨਾ ਮੁੱਕਦੀ ਨਹੀਂ। ਪ੍ਰਭੂ ਦਾ ਨਾਮ ਜਪਣ ਤੋਂ ਬਿਨਾਂ ਮਾਨਸਿਕ ਦੁੱਖ ਕਲੇਸ਼ ਬਣਿਆ ਹੀ ਰਹਿੰਦਾ ਹੈ। ਹਰ ਜਪ ਜੀਅਰੈ ਛੂਟੀਐ, ਗੁਰਮੁਖ ਚੀਨੈ ਆਪ। ਹੇ ਮੇਰੀ ਜਿੰਦੇ, ਪਰਮਾਤਮਾ ਦਾ ਨਾਮ ਜਪ ਕੇ ਹੀ ਇਸ ਤ੍ਰਿਸ਼ਨਾ ਤੋਂ ਖਲਾਸੀ ਹੋ ਸਕਦੀ ਹੈ। ਕਿਉਂਕਿ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਨਾਮ ਜਪਦਾ ਹੈ, ਉਹ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ। ਤਨ ਮਨ ਗੁਰ ਪਹਿ ਵੇਚਿਆ, ਮਨ ਦੀਆ ਸਿਰ ਨਾਲ। ਜਿਸ ਮਨੁੱਖ ਨੇ ਨਾਮ ਦੇ ਵਟੇ ਆਪਣਾ ਤਨ ਤੇ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੱਤਾ, ਜਿਸ ਨੇ ਮਨ ਹਵਾਲੇ ਕੀਤਾ ਤੇ ਸਿਰ ਵੀ ਹਵਾਲੇ ਕਰ ਦਿੱਤਾ। ਤਿਰ ਭਵਨ ਖੋਜ ਢੰਡੋਲਿਆ, ਗੁਰਮੁਖ ਖੋਜ ਨਿਹਾਲ। ਉਸਨੇ ਗੁਰੂ ਦੇ ਰਾਹੀਂ ਖੋਜ ਕਰਕੇ ਉਸ ਪ੍ਰਭੂ ਨੂੰ ਆਪਣੇ ਅੰਦਰ ਹੀ ਵੇਖ ਲਿਆ, ਜਿਸ ਨੂੰ ਲੱਭਣ ਵਾਸਤੇ ਸਾਰਾ ਜਗਤ ਖੋਜ ਭਾਲਿਆ ਸੀ। ਸਤਿਗੁਰ ਮੇਲ ਮਿਲਾਇਆ, ਨਾਨਕ ਸੋ ਪ੍ਰਭ ਨਾਲ। ਹੇ ਨਾਨਕ, ਸ਼ਰਨ ਪਏ ਨੂੰ ਗੁਰੂ ਨੇ ਆਪਣੇ ਚਰਨਾਂ ਵਿੱਚ ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ ਅਤੇ ਉਹ ਪ੍ਰਭੂ ਆਪਣੇ ਅੰਦਰ ਅੰਗ ਸੰਗ ਹੀ ਵਿਖਾ ਦਿੱਤਾ। ਸ੍ਰੀ ਰਾਗ ਮਹਿਲਾ ਪਹਿਲਾ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ।
जो मनुख गुरु के सन्मुख रहिंदा है, सिमरन की बरकत नाल उसनूं मौत का डर नहीं रहिंदा, होर लंबी उम्र दियां ओह आसां नहीं बनांदा। तू सर्ब जियां परतपाल ही लेखै सास गरास। उसनूं ये यकीन हुंदा है कि प्रभु तू सारे जीवां दी पालना करदा है, जीवां दा हरेक सां हरेक गराही तेरे हिसाब विच तेरे नज़र विच है। अंतर गुरमुख तू वसै, ज्यों भावै त्यों निरजास। हे प्रभु, गुरु के सन्मुख रहने वाले मनुख के अंदर तू प्रगट हो जाता है। उसनूं ये यकीन रहिंदा है कि जिवें तेरी रजा है तिवें तू सब दी संभाल करदा है। जीरे राम जपत मन मान, हे मेरी जिंदे ऐसा उद्यम करके परमात्मा का नाम सिमरद्या सिमरद्या मन सिमरन विच खिंच जाए। अंतर लागी जल बुझी, पाया गुरमुख ज्ञान रहाओ। गुरु की शरण पै के सिमरन दे राही जिस मनुख ने परमात्मा नाल डूंघी सांझ पा लई, उसकी अंदरली तृष्णा की सड़न बुझ जाती है। रहाओ। अंतर की गत जाणीए, गुर मिलिए संक उतार। पूरी शरधा नाल मन की शंका उतार के गुरु की शरण पै जाना चाहिए। इस तरह अंदर वास्ते परमात्मा की समझ पै जाती है। मूया जित कर जाइए, तित जीव दया मर मार। मरण तो पहला ही उस मौत का डर मार लैंदा है जिस मौत के वस आखिर पैना ही हुंदा है। अनहद शब्द सुहावणे, पाइए गुर विचार। पर यह अवस्था तदों प्राप्त हुंदी है जदों गुरु की दसी सिक्ख्या उत्ते तुरीए ते प्रभु की सिफत सलाह वाले सोहणे शब्द विच एक रस जुड़े रहिए। अनहद बाणी पाइए, तह हों मैं होए विनाश। जदों एक रस सिफत सलाह कर सकण वाली अवस्था प्राप्त हो जाए तो उस अवस्था विच मनुख के अंदरों हौमे का नाश हो जाता है। मैं वड्डा हो जावां, मैं वड्डा हाँ, ये हालत मुक जाती है। सतगुर सेवे अपना हूँ सद कुरबाने तास। मैं सदा सदके हूँ उस मनुख तो जो अपने गुरु नूं सेवदा है, गुरु के दसे राह ते तुरदा है। खड़ दरगे बनाइए, मुख हर नाम निवास। उसके मूँह में सदा प्रभु का नाम वसदा है, उसनूं प्रभु की हजूरी विच ले जा के आदर मिलता है। जह देखा तह रब रहे, शिव शक्ति का मेल। पर संसार की हालत होर तरह की बन रही है। मैं जिधर वेखदा हाँ उधर ही मनमुख जी माया विच मस्त हो रहे हैं। हर पासे माया ते जीवां दा गठजोड़ बनिया पिया है। त्रेह गुण वधी दोहरी, जो आया जग स्यों खेल। जो आया जग सों खेल। मन मुखां दा शरीर माया के तिन्हां गुणां विच ही वझा होया है। अपने मन के पिछे तुरन वाला जिहड़ा भी जीव जगत विच आया है वह यही खेड खेडदा रहा वह यही खेड खेडदा रहा। वे जोगी दुख विछड़े, मन मुख लहे न मेल। अपने मन के पिछे तुरन वाले बंदे परमात्मा नाल मिलाप हासिल नहीं कर सकते, क्योंकि वह विछड़े हुए सदा विछड़े ही रहंदे हन ते दुख विच रहिंदे हन। मन बरागी कर वसै, सच पै राता सोए। माया वालों बराग मन भटकना तो बचा रह के अपने स्वरूप विच ही टिकिया रहिंदा है, क्योंकि वह परमात्मा के अध विच रंगिया रहिंदा है। ज्ञान महारस भोगवै, बहुड़ दुख ना होए। वो मन परमात्मा नाल डूंघी सांझ का महानंद माणदा है, उसनूं मुड़ माया की तृष्णा नहीं व्यापदी। नानक एहो मन मार, मिल पी फिर दुख न होए। नानक एहो मन मार, मिल पी फिर दुख न होए। हे नानक, तू भी इस मन नूं माया दे मोह वल्लों मार के प्रभु चरनां विच जुड़िया रहो, फिर कदे प्रभु तो विछोड़े का दुख नहीं व्यापेगा। वाहिगुरू जी का खालसा, वाहिगुरू जी की फतेह।